एवरीवन वेलकम टू करियर क्वेस्ट। होपफुली ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਅੱਜ ਦੇ ਲੈਕਚਰ ਦੇ ਨਾਲ ਆਪਾਂ ਆਪਣੀ ਮਾਡਰਨ ਹਿਸਟਰੀ ਨੂੰ ਕੰਟੀਨਿਊ ਕਰਦੇ ਹਾਂ। ਜਿਵੇਂ ਆਪਾਂ ਲਾਸਟ ਲੈਕਚਰ ਦੇ ਵਿੱਚ ਪੜ੍ਹ ਕੇ ਆਏ ਸੀ 1930 ਤੋਂ ਲੈ ਕੇ 1934 ਦਾ ਟਾਈਮ ਪੀਰੀਅਡ ਆਫ ਇੰਡੀਆ। ਉਸ ਦੇ ਵਿੱਚ ਆਪਾਂ ਕੀ ਦੇਖਿਆ ਸੀ ਕਿ ਗਾਂਧੀ ਜੀ ਨੇ ਕਿਸ ਤਰੀਕੇ ਦੇ ਨਾਲ ਜੋ ਸਿਵਲ ਡਿਸਓਬੀਡੈਂਸ ਮੂਵਮੈਂਟ ਹੈ ਉਸ ਨੂੰ ਸਟਾਰਟ ਕੀਤਾ ਸੀ। ਉਹਦੇ ਡਿਫਰੈਂਟ ਫੇਸਿਸ ਬਾਰੇ ਪੜ੍ਹਿਆ ਸੀ ਆਪਾਂ ਸਿਵਲ ਡਿਸਓਬੀਡੈਂਸ ਮੂਵਮੈਂਟ ਦੇ। ਤੇ ਇਹ ਟਾਈਮ ਪੀਰੀਅਡ ਸੀ 1930 ਤੋਂ ਲੈ ਕੇ 1934 ਦਾ ਟਾਈਮ ਪੀਰੀਅਡ ਸੀ, ਜਿਸ ਦੇ ਵਿੱਚ ਗਾਂਧੀ ਜੀ ਦੀਆਂ ਡਿਫਰੈਂਟ ਐਕਟੀਵਿਟੀਜ਼ ਰਹੀਆਂ। ਉਸ ਤੋਂ ਬਾਅਦ 1937 ਦਾ ਟਾਈਮ ਪੀਰੀਅਡ ਹੁੰਦਾ ਹੈ ਜਦੋਂ ਪ੍ਰੋਵਿੰਸ਼ਨਲ ਕੀ ਆਉਂਦੀਆਂ ਨੇ, ਸਾਡੀਆਂ ਇਲੈਕਸ਼ਨਸ ਆਉਂਦੀਆਂ ਨੇ। ਕਹਿਣ ਦਾ ਭਾਵ ਸਟੇਟਸ ਦੇ ਵਿੱਚ ਇਲੈਕਸ਼ਨਸ ਕੰਡਕਟ ਕਰਵਾਈਆਂ ਗਈਆਂ। ਸੋ ਜਦੋਂ ਸਟੇਟਸ ਦੇ ਵਿੱਚ ਇਲੈਕਸ਼ਨਸ ਕੰਡਕਟ ਕਰਵਾਈਆਂ ਗਈਆਂ ਉਹ ਟਾਈਮ ਪੀਰੀਅਡ ਹੈ 1937 ਦਾ। 1937 ਦੀਆਂ ਜੋ ਇੰਡੀਅਨ ਪ੍ਰੋਵਿੰਸ਼ਨਲ ਇਲੈਕਸ਼ਨਸ ਬਾਰੇ ਗੱਲ ਕਰਾਂਗੇ। ਹੁਣ ਹੁੰਦਾ ਕੀ ਹੈ ਕਿ ਜਦੋਂ ਸਟੇਟਸ ਪੂਰੀ 11 ਸਟੇਟਸ ਦੇ ਵਿੱਚ ਪੂਰੇ 11 ਪ੍ਰੋਵਿੰਸਸ ਦੇ ਵਿੱਚ ਇਲੈਕਸ਼ਨਸ ਕਰਵਾਈਆਂ ਗਈਆਂ, ਜਿਹਦੇ ਵਿੱਚੋਂ 5 ਐਸੀਆਂ ਸਟੇਟ ਸੀ ਜਿੱਥੋਂ ਪੂਰੀਆਂ ਵੋਟਸ ਦੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਜਿੱਤੀ ਸੀ। ਬਟ ਉਹਨਾਂ ਦੀ ਜਿਹੜੀ ਪਾਰਟੀ ਸੀ ਜਾਂ ਉਹਨਾਂ ਦੀ ਜੋ ਸਰਕਾਰ ਬਣੀ ਸੀ ਪੂਰੀ 8 ਸਟੇਟਸ ਦੇ ਵਿੱਚ ਬਣੀ ਸੀ। 3 ਸਟੇਟਸ ਦੇ ਵਿੱਚ ਉਹਨਾਂ ਨੇ ਗਠਬੰਧਨ ਦੇ ਨਾਲ ਆਪਣੀ ਸਰਕਾਰ ਬਣਾਈ ਤੇ 5 ਸਟੇਟਸ ਦੇ ਵਿੱਚ ਉਹਨਾਂ ਨੇ ਮੈਜੋਰਿਟੀ ਦੇ ਨਾਲ ਸਰਕਾਰ ਬਣਾਈ ਸੀ। ਸੋ ਇੰਡੀਅਨ ਨੈਸ਼ਨਲ ਕਾਂਗਰਸ ਨੇ ਬਹੁਤ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਸੀ 1937 ਦੀਆਂ ਪ੍ਰੋਵਿੰਸ਼ਨਲ ਇਲੈਕਸ਼ਨਸ ਦੇ ਵਿੱਚ। ਸੋ ਹੁੰਦਾ ਕੀ ਹੈ, ਕਹਿੰਦੇ ਪ੍ਰੋਵਿੰਸ਼ਨਲ ਇਲੈਕਸ਼ਨਸ ਵਰ ਹੈਲਡ ਇਨ ਬ੍ਰਿਟਿਸ਼ ਇੰਡੀਆ ਇਨ ਦਾ ਵਿੰਟਰ ਆਫ 1936 ਟੂ 1937 ਦੇ ਵਿੱਚ ਪ੍ਰੋਵਿੰਸਸ ਦੇ ਵਿੱਚ ਇਲੈਕਸ਼ਨਸ ਹੁੰਦੀਆਂ ਨੇ। ਇਹ ਇਲੈਕਸ਼ਨਸ ਹੁੰਦੀਆਂ ਨੇ ਕਿਸ ਐਕਟ ਦੇ ਵਿੱਚ ਕਿਹਾ ਗਿਆ ਸੀ ਇਹਨਾਂ ਇਲੈਕਸ਼ਨਸ ਬਾਰੇ? ਗਵਰਨਮੈਂਟ ਆਫ ਇੰਡੀਆ ਐਕਟ 1935। ਗਵਰਨਮੈਂਟ ਆਫ ਇੰਡੀਆ ਐਕਟ 1935 ਬਾਰੇ ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਪੜ੍ਹ ਕੇ ਆ ਚੁੱਕੇ ਹਾਂ, ਜਿੱਥੇ ਫੈਡਰਲ ਸਟਰਕਚਰ ਦੀ ਗੱਲ ਕੀਤੀ ਗਈ ਸੀ, ਫੈਡਰਲ ਕੋਰਟ ਦੀ ਗੱਲ ਕੀਤੀ ਗਈ ਸੀ, ਜਾਂ ਫਿਰ ਹੋਰ ਵੀ ਜੋ ਡਾਇਰਾਰਕੀ ਸਿਸਟਮ ਹੈ ਉਸ ਨੂੰ ਸੈਂਟਰ ਲੈਵਲ ਦੇ ਉੱਤੇ ਲਾਗੂ ਕੀਤਾ ਗਿਆ ਸੀ। ਸੋ ਕੁਝ ਕੁ ਪ੍ਰੋਵੀਜ਼ਨ ਸੀ ਜੋ ਗਵਰਨਮੈਂਟ ਆਫ ਇੰਡੀਆ ਐਕਟ 1935 ਦੀ ਆਪਾਂ ਕੱਲ ਪੜ੍ਹੀਆਂ ਸੀ। ਉਸ ਦੇ ਵਿੱਚੋਂ ਇਹ ਸੀ ਕਿ ਪ੍ਰੋਵਿੰਸ਼ਨਲ ਇਲੈਕਸ਼ਨਸ ਬਾਰੇ ਵੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਕਿਹਾ ਗਿਆ ਸੀ ਤੇ ਉਸ ਦੇ ਅਕੋਰਡਿੰਗ 1937 ਦੇ ਵਿੱਚ ਇਲੈਕਸ਼ਨਸ ਕਰਵਾਈਆਂ ਗਈਆਂ ਸੀ ਪੂਰੀਆਂ 11 ਸਟੇਟਸ ਦੇ ਵਿੱਚ। ਸੋ 11 ਸਟੇਟ ਸੀ ਸਾਡੀਆਂ: ਮਦਰਾਸ, ਸੈਂਟਰਲ ਪ੍ਰੋਵਿੰਸਿਸ, ਬਿਹਾਰ, ਉੜੀਸਾ, ਯੂਨਾਈਟਿਡ ਪ੍ਰੋਵਿੰਸਿਸ, ਬੰਬੇ ਪ੍ਰੈਜ਼ੀਡੈਂਸੀ, ਅਸਮ, ਨਾਰਥ ਵੈਸਟ ਫਰੰਟੀਅਰ, ਬੰਗਾਲ, ਪੰਜਾਬ ਐਂਡ ਸਿੰਧ। ਸੋ ਇਹਨਾਂ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਕੀ ਹੋਇਆ ਸੀ, ਸਾਡੀ ਜੋ ਇਲੈਕਸ਼ਨ ਸੀ ਉਹ ਕਰਵਾਈਆਂ ਗਈਆਂ ਸੀ। ਤੇ ਇਹਨਾਂ ਦੇ ਵਿੱਚੋਂ ਜੋ 5 ਪ੍ਰੋਵਿੰਸਿਸ ਐਵੇਂ ਦੀਆਂ ਸੀ ਜਿੱਥੇ ਕਿਸ ਨੇ ਜਿੱਤ ਪ੍ਰਾਪਤ ਕੀਤੀ ਸੀ, ਮੈਜੋਰਿਟੀ ਦੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਸੀ। ਤੇ ਉਸ ਤੋਂ ਇਲਾਵਾ 3 ਹੋਰ ਐਸੀਆਂ ਸਟੇਟ ਸੀ ਜਿੱਥੇ ਉਹਨਾਂ ਨੇ ਗਠਬੰਧਨ ਦੇ ਨਾਲ ਸਰਕਾਰ ਬਣਾ ਲਈ ਸੀ। ਸੋ 11 ਸਟੇਟਸ ਦੇ ਵਿੱਚੋਂ 11 ਪ੍ਰੋਵਿੰਸਿਸ ਦੇ ਵਿੱਚੋਂ ਪੂਰੀਆਂ ਟੋਟਲ 8 ਪ੍ਰੋਵਿੰਸਿਸ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਕਾਰ ਬਣੀ ਸੀ। ਤੇ ਉਸ ਤੋਂ ਇਲਾਵਾ 3 ਐਸੀਆਂ ਸਟੇਟ ਸਨ ਜਿੱਥੋਂ ਦੇਖੋ ਮੁਸਲਿਮ ਲੀਗ ਨੇ ਤਾਂ ਉੱਥੋਂ ਵੀ ਆਪਣੀ ਜਿੱਤ ਪ੍ਰਾਪਤ ਨਹੀਂ ਸੀ ਕੀਤੀ ਜਿੱਥੇ ਮੈਜੋਰਿਟੀ ਆਫ ਮੁਸਲਿਮਸ ਰਹਿੰਦੇ ਸਨ। ਜਿਵੇਂ ਆਪਣਾ ਪੰਜਾਬ ਐਂਡ ਸਿੰਧ ਦੀ ਗੱਲ ਕਰ ਲਈਏ, ਈਵਨ ਕਿ ਪੰਜਾਬ ਐਂਡ ਸਿੰਧ ਦੇ ਵਿੱਚ ਵੀ ਯੂਨਿਸਟ ਪਾਰਟੀਜ਼ ਹੀ ਜਿੱਤੀਆਂ ਸੀ, ਨਾ ਕਿ ਮੁਸਲਿਮ ਲੀਗ ਤੋਂ ਮੈਜੋਰਿਟੀ ਦੇ ਨਾਲ ਇੱਕ ਵੀ ਜਗ੍ਹਾ ਦੇ ਉੱਤੇ ਸਰਕਾਰ ਨਹੀਂ ਸੀ ਬਣਾਈ ਗਈ। ਹੁੰਦਾ ਕਿ ਫਾਈਨਲੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੱਕ ਵੱਡੀ ਜਿੱਤ ਪ੍ਰਾਪਤ ਹੁੰਦੀ ਹੈ ਤੇ ਉਹ ਸੱਤਾ ਦੇ ਵਿੱਚ ਆਉਂਦੇ ਨੇ, ਸਰਕਾਰ ਦੇ ਵਿੱਚ ਆਉਂਦੇ ਨੇ। ਇਹ ਟਾਈਮ ਪੀਰੀਅਡ ਸੀ 1937 ਦਾ। ਸੋ ਇਸ ਤੋਂ ਬਾਅਦ ਕੀ ਹੁੰਦਾ ਹੈ, 1939 ਦਾ ਟਾਈਮ ਪੀਰੀਅਡ ਆ ਜਾਂਦਾ ਹੈ ਇਹਨਾਂ ਦੀ, ਜਦੋਂ ਇਹਨਾਂ ਨੇ ਸਰਕਾਰ ਸੰਭਾਲੀ ਇੰਡੀਅਨ ਨੈਸ਼ਨਲ ਕਾਂਗਰਸ ਨੇ 1937, 1939 ਐਂਡ 1939 ਪੂਰੇ 2 ਸਾਲ ਹੋਏ ਸੀ ਇਹਨਾਂ ਨੂੰ ਸਰਕਾਰ ਸੰਭਾਲੀ ਨੂੰ। ਉਨੇ ਟਾਈਮ ਦੇ ਵਿੱਚ ਕੀ ਹੁੰਦਾ ਹੈ, 1939 ਦੇ ਵਿੱਚ ਸਭ ਨੂੰ ਪਤਾ ਹੈ ਕਿ ਵਿਸ਼ਵ ਸੈਕੰਡ ਯੁੱਧ ਛਿੜ ਜਾਂਦਾ ਹੈ, ਵਰਲਡ ਵਾਰ ਸੈਕੰਡ ਸਟਾਰਟ ਹੋ ਜਾਂਦੀ ਹੈ। ਤੇ ਵਰਲਡ ਵਾਰ ਸੈਕੰਡ ਜਦੋਂ ਸਟਾਰਟ ਹੁੰਦੀ ਹੈ ਤਾਂ ਬ੍ਰਿਟਿਸ਼ਰ ਸਨ ਨੇ, ਆਪਣੀ ਬ੍ਰਿਟਿਸ਼ ਸਰਕਾਰ ਸੀ ਉਹ ਬਿਨਾਂ ਇੰਡੀਅਨਸ ਤੋਂ ਪੁੱਛੇ, ਬਿਨਾਂ ਇੰਡੀਅਨ ਨੈਸ਼ਨਲ ਤੋਂ ਕੰਸਲਟ ਕੀਤੇ ਜਾਂ ਉਹਨਾਂ ਨੂੰ ਪੁੱਛੇ ਦੱਸੇ ਬਿਨਾਂ ਹੀ ਉਹ ਇਸ ਚੀਜ਼ ਨੂੰ ਅਨਾਉਂਸ ਕਰ ਦਿੰਦੀ ਹੈ ਕਿ ਇੰਡੀਅਨਸ ਸਾਡੇ ਨਾਲ ਮਿਲ ਕੇ ਵਰਲਡ ਵਾਰ ਸੈਕੰਡ ਦੇ ਵਿੱਚ ਸਾਡੇ ਨਾਲ ਲੜ ਰਹੇ ਨੇ, ਸਾਡੇ ਐਨੀਮੀਜ਼ ਦੇ ਅਗੇਂਸਟ। ਬਟ ਇਹ ਚੀਜ਼ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਬਿਲਕੁਲ ਵੀ ਡਾਈਜੈਸਟ ਨਹੀਂ ਸੀ ਹੋਈ। ਕਹਿੰਦੇ ਫਿਰ ਸਾਡਾ ਸੱਤਾ ਦੇ ਵਿੱਚ ਰਹਿਣ ਦਾ ਕੀ ਫਾਇਦਾ ਅਗਰ ਸਾਡੇ ਤੋਂ ਕੋਈ ਸਲਾਹ ਨਹੀਂ ਲੈਣੀ।
ਤਾਂ ਆਫਟਰ 2 ਇਅਰਸ ਆਫ 1937 ਜਦੋਂ ਵਰਲਡ ਵਾਰ ਸੈਕੰਡ ਸਟਾਰਟ ਹੁੰਦੀ ਹੈ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਰੇ ਲੀਡਰ 8 ਦੀਆਂ 8 ਸਟੇਟਸ ਦੇ ਵਿੱਚੋਂ ਕੀ ਦੇ ਦਿੰਦੇ ਨੇ ਆਪਣਾ ਰਿਜ਼ਾਈਨ ਦੇ ਦਿੰਦੇ ਨੇ। ਸੋ ਉਹਨਾਂ ਸਾਰੀਆਂ ਸਟੇਟਸ ਦੇ ਵਿੱਚ ਗਵਰਨਰ ਰੂਲ ਲੱਗ ਜਾਂਦਾ ਹੈ ਟਿਲ 1946 ਤੱਕ, ਜਦੋਂ ਤੱਕ ਦੁਬਾਰਾ ਇਲੈਕਸ਼ਨਸ ਨਹੀਂ ਹੁੰਦੀਆਂ। ਸੋ ਇਹ ਹੈ ਕਹਿੰਦੇ the final result was the election were declared February 1937. The Indian National Congress emerged in power 8 of the provinces, the exception being Punjab, Sindh. ਕਹਿੰਦੇ ਪੰਜਾਬ ਤੇ ਸਿੰਧ ਦੇ ਵਿੱਚੋਂ ਛੱਡ ਕੇ ਸਾਰੇ ਕਿਤੇ ਸਰਕਾਰ ਬਣੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ। All Indian Muslim League failed to form the government in any province. ਕਹਿੰਦੇ ਮੁਸਲਿਮ ਲੀਗ ਤਾਂ ਫੇਲ ਹੀ ਹੋ ਗਈ ਸੀ ਇੱਕ ਵੀ ਸਟੇਟ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ। ਇਵਨ ਕਿ ਪੰਜਾਬ ਤੇ ਸਿੰਧ ਦੇ ਵਿੱਚ ਮੈਜੋਰਿਟੀ ਆਫ ਮੁਸਲਿਮਸ ਰਹਿੰਦੇ ਸਨ, ਦੈਨ ਤਾਂ ਵੀ ਉਹ ਫੇਲ ਹੋ ਗਈ ਸੀ। The Congress ministers resigned in October and November 1939. ਕਹਿੰਦੇ ਜਿਹੜੇ ਆਪਣੇ ਲੀਡਰ ਬਣੇ ਸਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਹ ਸਾਰੇ ਅਕਤੂਬਰ ਨਵੰਬਰ 1939 ਦੇ ਵਿੱਚ ਕੀ ਦੇ ਦਿੰਦੇ ਨੇ, ਰਿਜ਼ਾਈਨ ਦੇ ਦਿੰਦੇ ਨੇ। ਰੀਜ਼ਨ ਮੈਂ ਤੁਹਾਨੂੰ ਦੱਸ ਦੇ ਚੁੱਕੀ ਹਾਂ, ਰੀਜ਼ਨ ਕੀ ਸੀ ਇਸ ਦੇ ਪਿੱਛੇ ਕਿ ਜੋ ਵਾਇਸ ਰॉय ਲਾਰਡ ਲਿੰਗਥਨ ਸੀ ਉਸਨੇ ਐਕਸ਼ਨ ਆਫ ਡਿਕਲੇਅਰਿੰਗ ਇੰਡੀਆ ਟੂ ਬੀ belligerent in the second world war without consulting the Indian people. ਕਹਿੰਦੇ ਜੋ ਆਪਣਾ ਲਿੰਥਿਗੋ ਆਪਣਾ ਵਾਇਸ ਰॉय ਸੀ ਉਸਨੇ ਬਿਨਾਂ ਇੰਡੀਅਨਸ ਦੇ ਨਾਲ ਕੰਸਲਟ ਕੀਤਿਆਂ ਬਿਨਾਂ ਉਹਨਾਂ ਤੋਂ ਪੁੱਛੇ ਕੀ ਅਨਾਉਂਸ ਕਰਤਾ ਸੀ ਕਿ ਇੰਡੀਆ ਵੀ ਵਰਲਡ ਵਾਰ ਸੈਕੰਡ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ। ਤਾਂ ਜਿਸ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਗੁੱਸੇ ਹੋ ਗਈ ਸੀ ਕਿ ਅਸੀਂ ਸਰਕਾਰ ਆ, ਸਾਡੇ ਤੋਂ ਪੁੱਛਿਆ ਨਹੀਂ ਜਾ ਰਿਹਾ, ਫਿਰ ਸਾਡਾ ਕੀ ਹੀ ਫਾਇਦਾ, ਜਿਸ ਕਰਕੇ ਉਹਨਾਂ ਨੇ ਰਿਜ਼ਾਈਨ ਦੇਤਾ ਸੀ। The governor rule lasted till 1946. ਤਾਂ ਕਹਿੰਦੇ ਉਹ ਸਾਰੀਆਂ ਸਟੇਟਸ ਜਿੱਥੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਕਾਰ ਸੀ ਉੱਥੇ ਹੁਣ ਕੀ ਲੱਗ ਚੁੱਕਿਆ ਸੀ, ਗਵਰਨਰ ਰੂਲ ਇੰਪੋਜ਼ ਕਰ ਦਿੱਤਾ ਗਿਆ ਸੀ till 1946 ਤੱਕ। ਬਟ ਇੰਡੀਅਨ ਨੈਸ਼ਨਲ ਕਾਂਗਰਸ ਜਦੋਂ ਸਰਕਾਰ ਬਣੀ 2 ਸਾਲ ਰਹੀ ਹੈ ਤਾਂ 2 ਸਾਲ ਦੇ ਵਿੱਚ ਉਹਨੇ ਕਿਹੜੀਆਂ ਆਪਣੀਆਂ ਸਕਸੈਸਫੁਲ ਅਚੀਵਮੈਂਟ ਕੀਤੀਆਂ ਸੀ। First ਹੈ ਕਹਿੰਦੇ the Congress did laudable work during its term of office in various provinces. ਕਹਿੰਦੇ ਬੇਸ਼ੱਕ ਇੰਡੀਅਨ ਨੈਸ਼ਨਲ ਕਾਂਗਰਸ 2 ਸਾਲ ਆਪਣੀ ਸੱਤਾ ਦੇ ਵਿੱਚ ਰਹੀ, ਆਪਣੀ ਸਰਕਾਰ ਦੇ ਵਿੱਚ ਰਹੀ, ਬਟ ਇਸ 2 ਸਾਲਾਂ ਦੇ ਵਿੱਚ ਉਹਨਾਂ ਨੇ ਪੂਰਾ ਲਾਊਡੇਬਲ ਪੂਰਾ ਹੀ ਕਈ ਸਟੇਟਸ ਦੇ ਵਿੱਚ ਕਈ ਪ੍ਰੋਵਿੰਸਸ ਦੇ ਵਿੱਚ ਪੂਰਾ ਲਾਊਡੇਬਲ ਕੰਮ ਕੀਤਾ। Soon after assuming office they sit about talking the questions of elementary education. ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਫਿਸ ਨੂੰ ਹੋਲਡ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੇ ਐਲੀਮੈਂਟਰੀ ਐਜੂਕੇਸ਼ਨ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੀ ਸਰਕਾਰ ਦੇ ਹੁੰਦੇ ਹੋਏ ਜੋ ਕਿਸਾਨ ਸੀ, ਜੋ ਫਾਰਮਰ ਸੀ, ਉਹਨਾਂ ਨੂੰ ਡੈਟ ਫ੍ਰੀ ਕਰਨ ਦਾ ਮਤਲਬ ਜੋ ਉਹਨਾਂ ਤੋਂ ਟੈਕਸ ਕਲੈਕਟ ਕੀਤਾ ਜਾਂਦਾ ਸੀ ਉਸ ਟੈਕਸ ਤੋਂ ਫ੍ਰੀ ਕਰਨ ਦੇ ਲਈ ਉਹਨਾਂ ਨੂੰ ਇੱਕ ਰਾਹਤ ਪ੍ਰਵਾਨ ਕੀਤੀ। ਸੋ ਉਹਨਾਂ ਨੇ ਆਪਣੇ ਬੇਸ਼ੱਕ 2 ਸਾਲ ਰਹੇ ਸੀ ਬਟ 2 ਸਾਲਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਅੱਛਾ ਕੰਮ ਕਈ ਪ੍ਰੋਵਿੰਸਸ ਦੇ ਵਿੱਚ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਸੋ ਹੁਣ ਆਪਾਂ ਗੱਲ ਕੀਤੀ ਸੀ 1939 ਦੇ ਵਿੱਚ ਉਹਨਾਂ ਨੇ ਰਿਜ਼ਾਈਨ ਕੀਤਾ। ਕਾਰਨ ਵੀ ਮੈਂ ਦੱਸ ਚੁੱਕੀ ਹਾਂ ਕਿ ਉਦੋਂ ਵਰਲਡ ਵਾਰ ਸੈਕੰਡ ਸਟਾਰਟ ਹੋ ਚੁੱਕੀ ਸੀ, ਵਿਸ਼ਵ ਯੁੱਧ ਦੂਸਰਾ ਸਟਾਰਟ ਹੋ ਚੁੱਕਿਆ ਸੀ। ਹੁਣ ਬ੍ਰਿਟਿਸ਼ਰਸ ਨੂੰ, ਇੰਗਲੈਂਡ ਨੂੰ ਜਰਮਨੀ ਦੇ ਵਿਰੁੱਧ ਲੜਨਾ ਔਖਾ ਹੋ ਚੁੱਕਿਆ ਸੀ। ਹਿਟਲਰ ਸੀ, ਉਸਨੇ ਉਹਨਾਂ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਸੀ, ਪੂਰਾ ਔਖਾ ਕਰ ਰੱਖਿਆ ਸੀ ਉਹਨਾਂ ਨੂੰ ਯੁੱਧ ਲੜਨਾ। ਤਾਂ ਹੁਣ ਬ੍ਰਿਟਿਸ਼ਰਸ ਨੂੰ ਕਿਤੇ ਨਾ ਕਿਤੇ ਇੰਡੀਅਨਸ ਦੀ ਸਪੋਰਟ ਦੀ ਲੋੜ ਸੀ, ਬਟ ਇੰਡੀਅਨਸ ਨੇ ਉਹਨਾਂ ਨੂੰ ਸਪੋਰਟ ਦੇਣ ਦੇ ਲਈ ਬਿਲਕੁਲ ਹੀ ਸਾਫ਼ ਮਨਾ ਕਰ ਦਿੱਤਾ ਸੀ, ਜਿਸ ਕਰਕੇ ਉਹ ਇੱਕ ਲਾਲਚ ਲੈ ਕੇ ਆਉਂਦੇ ਨੇ ਇੰਡੀਅਨਸ ਦੇ ਲਈ। ਬਿਕਾਜ਼ ਜੋ ਬ੍ਰਿਟਿਸ਼ਰ ਸੀ ਉਹਨਾਂ ਨੂੰ ਦੂਸਰੀ ਕੰਟਰੀ ਜਿਵੇਂ USA ਵਰਗੀਆਂ ਕੰਟਰੀਜ਼ ਇਨਸਿਸਟ ਕਰਦੀਆਂ ਸੀ ਕਿ ਅਗਰ ਤੁਹਾਡੇ ਕੋਲ ਤੁਸੀਂ ਜਿੱਥੇ ਰਾਜ ਕਰਦੇ ਹੋ ਉਹਨਾਂ ਦਾ ਸਾਥ ਲੈ ਕੇ ਆਓ ਤਾਂ ਆਪਾਂ ਇਹ ਵਰਲਡ ਵਾਰ ਸੈਕੰਡ ਜਿੱਤਾਂਗੇ। ਤਾਂ ਜਿਸ ਕਰਕੇ ਹਾਰ ਕੇ ਜੋ ਬ੍ਰਿਟਿਸ਼ਰਸ ਨੇ ਉਹ ਇੱਕ ਆਫਰ ਲੈ ਕੇ ਆਉਂਦੇ ਨੇ, ਇੱਕ ਲਾਲਚ ਲੈ ਕੇ ਆਉਂਦੇ ਨੇ ਇੰਡੀਅਨਸ ਦੇ ਲਈ, ਤਾਂ ਜੋ ਇੰਡੀਅਨਸ ਸਾਨੂੰ ਵਰਲਡ ਵਾਰ ਸੈਕੰਡ ਦੇ ਵਿੱਚ ਪੂਰਾ ਸਪੋਰਟ ਕਰ। ਉਸ ਆਫਰ ਨੂੰ ਜਾਂ ਉਸ ਲਾਲਚ ਨੂੰ ਨਾਮ ਦਿੱਤਾ ਗਿਆ ਅਗਸਤ ਆਫਰ 1940 ਦੇ ਵਿੱਚ ਆਉਂਦਾ ਹੈ। ਠੀਕ ਹੈ, ਤੁਹਾਨੂੰ ਈਅਰ ਯਾਦ ਹੋਣੇ ਚਾਹੀਦੇ ਨੇ, ਇਲੈਕਸ਼ਨਸ ਕਦੋਂ ਹੋਈਆਂ, ਅਗਸਤ ਆਫਰ ਕਦੋਂ ਆਇਆ, ਇਰਵਿਨ ਪੈਕਟ ਕਦੋਂ ਸਾਈਨ ਹੋਇਆ, ਕ੍ਰਿਪਸ ਮਿਸ਼ਨ ਕਦੋਂ ਆਇਆ, ਇੰਡੀਵਿਜੂਅਲ ਸੱਤਿਆਗ੍ਰਹਿ ਕਦੋਂ ਆਇਆ, ਇਹ ਸਾਰੇ ਤੁਹਾਨੂੰ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਅਰੇਂਜ ਕਰਨ ਨੂੰ ਆ ਜਾਂਦੇ ਨੇ। ਸੋ ਦੈਟਸ ਵਾਈ ਤੁਸੀਂ ਕੀ ਕਰਨਾ, ਇਹਨਾਂ ਨੂੰ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੋ। ਸੋ ਅਗਸਤ ਆਫਰ ਆਂਦਾ ਹੈ ਜੀ ਸਾਡਾ 1940 ਦੇ ਵਿੱਚ। ਹੁਣ ਅਗਸਤ ਆਫਰ ਦੇ ਵਿੱਚ ਇੰਡੀਅਨਸ ਨੂੰ ਕੀ ਹੀ ਲਾਲਚ ਦੇਣਗੇ, ਭਈ ਤੁਹਾਨੂੰ ਅਸੀਂ ਡੋਮੇਨੀਅਨ ਸਟੇਟਸ ਦੇ ਦਾਂਗੇ, ਤੁਹਾਨੂੰ 2-4 ਚੀਜ਼ਾਂ ਇਹ ਦੇ ਦਾਂਗੇ। ਸੋ ਦੇਖਦੇ ਹਾਂ
ਕਹਿੰਦੇ the British government were keen to get the Indian support the war, ਕਹਿੰਦੇ ਹੁਣ ਜਿਹੜੀ ਬ੍ਰਿਟਿਸ਼ ਸਰਕਾਰ ਸੀ ਉਹ ਪੂਰੀ ਇਹ ਚਾਹੁੰਦੀ ਸੀ ਕਿ ਇੰਡੀਅਨਸ ਸਾਨੂੰ ਜੋ ਵਰਲਡ ਵਾਰ ਸੈਕਿੰਡ ਹੈ ਉਸ ਦੇ ਵਿੱਚ ਸਪੋਰਟ ਕਰਨ ਤੇ ਇੰਡੀਅਨਸ ਦੀ ਸਪੋਰਟ ਦੇ ਲਈ ਬ੍ਰਿਟੇਨ ਹਰਸੈਲਫ ਵਾਸ ਅ ਡੇਂਜਰ ਟੂ ਬੀਇੰਗ ਆਕੂਪਾਈਡ ਬਾਈ ਦ ਨਜੀਸ ਐਂਡ its light the Indian National Congress softened its stand, but ਕਹਿੰਦੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣਾ ਪੂਰਾ ਸਟੈਂਡ ਲੈ ਰੱਖਿਆ ਸੀ ਕਿ ਅਸੀਂ ਸਾਰੇ ਇੰਡੀਅਨਸ ਨੇ ਬ੍ਰਿਟਿਸ਼ਰਸ ਨੂੰ ਸਪੋਰਟ ਨਹੀਂ ਕਰਨਾ, ਜਿਸ ਕਰਕੇ ਵਾਇਸਰॉय ਲਿੰਥੀਗੋ ਇੱਕ ਆਫਰ ਲੈ ਕੇ ਆਉਂਦਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਅਗਸਤ ਆਫਰ। ਠੀਕ ਹੈ, ਉਹ ਇੱਕ ਪ੍ਰਪੋਜ਼ਲ ਲੈ ਕੇ ਆਉਂਦਾ ਇੰਡੀਅਨਸ ਦੇ ਲਈ ਕਿ ਅਗਰ ਤੁਸੀਂ ਸਾਨੂੰ ਸਾਥ ਦਿਓਗੇ, ਸਾਡੇ ਨਾਲ ਮੋਢਾ ਜੋੜ ਕੇ ਇਸ ਵਰਲਡ ਵਾਰ ਸੈਕਿੰਡ ਦੇ ਵਿੱਚ ਕੰਪੀਟ ਕਰੋਗੇ ਤਾਂ ਆਪਾਂ ਕੀ ਕਰਾਂਗੇ, ਤੁਹਾਨੂੰ ਕੁਝ ਚੀਜ਼ਾਂ ਦੇਵਾਂਗੇ। ਉਹ ਕਿਹੜੀਆਂ ਚੀਜ਼ਾਂ ਸੀ ਜਿਸ ਨੂੰ ਨਾਮ ਦਿੱਤਾ ਗਿਆ ਅਗਸਤ ਆਫਰ ਦਾ, ਜੋ 1940 ਦੇ ਵਿੱਚ ਲੈ ਕੇ ਆਇਆ ਲਿੰਥੀਗੋ। ਹੁਣ ਇਹ ਪ੍ਰਪੋਜ਼ ਦੇ ਵਿੱਚ ਕੀ ਰੱਖਿਆ ਗਿਆ ਕਿ ਇੱਕ ਤਾਂ ਇੰਡੀਅਨਸ ਨੂੰ ਕੀ ਦੇਵਾਂਗੇ, ਅਸੀਂ ਡੋਮੀਨੀਅਨ ਸਟੇਟਸ ਦੇਵਾਂਗੇ, ਬਟ ਉਹ ਨਾਲ ਕੰਡੀਸ਼ਨ ਪਤਾ ਕੀ ਰੱਖੀ, ਆਫਟਰ ਦਾ ਵਾਰ, ਕਹਿੰਦੇ ਅਸੀਂ ਜਦੋਂ ਵਾਰ ਖਤਮ ਹੋ ਜਾਏਗੀ ਨਾ ਅਸੀਂ ਤੁਹਾਨੂੰ ਡੋਮੀਨੀਅਨ ਸਟੇਟਸ ਦੇ ਦਾਂਗੇ। ਹੁਣ ਇੰਡੀਅਨਸ ਦਾ ਹਲੇ ਤੱਕ ਇੰਨੇ ਸਾਲਾਂ ਦਾ ਇੰਨਾ ਦਿਮਾਗ ਤਾਂ ਚੱਲਣ ਨਾਲ ਲੱਗ ਹੀ ਗਿਆ ਸੀ ਕਿ ਇਹਨਾਂ ਦੀ ਗੱਲਾਂ ਬਸ ਕਹਿਣ ਦੀਆਂ ਨੇ, ਵਰਲਡ ਵਾਰ ਸੈਕਿੰਡ ਖਤਮ ਹੋ ਜਾਣੀ, ਇਹਨਾਂ ਨੇ ਸਾਨੂੰ ਕੀ ਦੇਣਾ। ਬਟ ਉਦੋਂ ਤੱਕ ਤਾਂ ਦੇਖੋ ਡੋਮੀਨੀਅਨ ਸਟੇਟਸ ਦੀ ਗੱਲ 1940 ਦੇ ਵਿੱਚ ਕਰ ਰਹੀ ਹੈ, ਈਵਨ ਕਿ 1930 ਦੇ ਵਿੱਚ ਆਪਾਂ ਪੜ੍ਹਿਆ ਕਿ ਇੰਡੀਅਨਸ ਨੇ ਉਦੋਂ ਤੱਕ ਪੂਰਨ ਸਵਰਾਜ ਦੀ ਮੰਗ ਕਰ ਲਈ ਸੀ। ਹੁਣ ਉਹਨਾਂ ਨੇ ਡੋਮੀਨੀਅਨ ਸਟੇਟਸ ਕੀ ਕਰਨਾ ਹੈ। ਇਸ ਤੋਂ ਇਲਾਵਾ ਕਹਿੰਦੇ ਐਂਡ ਦ ਇਨਕਲੂਜਨ ਆਫ ਇੰਡੀਅਨਸ ਇਨ ਦ ਲਾਰਜਰ ਐਗਜ਼ੀਕਿਊਟਿਵ ਕਾਉਂਸਿਲ ਐਂਡ ਨਿਊ ਵਾਰ ਐਡਵਾਈਜ਼ਰੀ ਕਾਉਂਸਿਲ, ਕਹਿੰਦੇ ਆਪਾਂ ਤੁਹਾਡੇ ਇੰਡੀਅਨਸ ਦੇ ਬੰਦੇ ਵੀ ਭਰਤੀ ਕਰਾਂਗੇ ਐਗਜ਼ੀਕਿਊਟਿਵ ਕਾਉਂਸਿਲ ਦੇ ਵਿੱਚ, and promised that minorities views would be the take into the account in future constitutional revision, ਕਹਿੰਦੇ ਜਦੋਂ ਤੁਹਾਡੇ ਲਈ ਇੱਕ ਨਵਾਂ ਕਨਸਟੀਟਿਊਸ਼ਨ ਬਣਾਵਾਂਗੇ ਉਹਦੇ ਵਿੱਚ ਮਾਈਨੋਰਿਟੀਜ਼ ਨੂੰ ਉਹਨਾਂ ਦੇ ਅਧਿਕਾਰ ਦਿੱਤੇ ਜਾਣਗੇ, ਸੀਟਸ ਦਿੱਤੀਆਂ ਜਾਣਗੀਆਂ। ਸੋ ਇੱਕ ਇਹਨਾਂ ਦੇ ਇੱਕ ਨੋਮੀਨਲ ਜਿਹਾ ਲਾਲਚ ਦੇਣਾ ਸੀ, ਬਟ ਹੁਣ ਤੱਕ ਇੰਡੀਅਨਸ ਪੂਰੇ ਦੇ ਪੂਰੇ ਸ਼ਾਤਰ ਹੋ ਚੁੱਕੇ ਸੀ। ਤਾਂ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਪਤਾ ਸੀ ਇਹਨਾਂ ਦੀਆਂ ਜਸ ਇੱਕ ਗੱਲਾਂ ਨੇ ਕਹਿਣ ਦੀਆਂ, ਆਫਟਰ ਵਾਰ ਦੇਣਗੇ। ਵਾਰ ਦਾ ਮਤਲਬ ਕਿ ਜਾਂ ਤਾਂ ਤੁਸੀਂ ਹੁਣ ਦਿਓ ਸਾਨੂੰ, ਬਟ ਹੁਣ ਅਸੀਂ ਡੋਮੀਨੀਅਨ ਸਟੇਟਸ ਕੀ ਹੀ ਕਰਨਾ, ਕਿਉਂਕਿ ਹੁਣ ਤਾਂ ਅਸੀਂ ਸਵਰਾਜ ਪੂਰਨ ਸਵਰਾਜ ਦੀ ਮੰਗ ਕਰ ਚੁੱਕੇ ਹਾਂ। ਤਾਂ ਅਗਸਤ ਆਫਰ ਦੇ ਰਿਸਪੌਂਸ ਦੇ ਵਿੱਚ ਬਹੁਤ ਸਾਰੇ ਲੀਡਰਸ ਨੇ ਇਹ ਸੋਚਿਆ ਕਿ ਆਪਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਸਟਾਰਟ ਕਰਦੇ ਹਾਂ ਕਿ ਸਾਨੂੰ ਤੁਹਾਡੇ ਲਾਅ ਬਿਲਕੁਲ ਵੀ ਪਸੰਦ ਨਹੀਂ, ਸੋ ਅਸੀਂ ਇਹਨਾਂ ਨੂੰ ਰਿਫਿਊਜ਼ ਕਰਦੇ ਹਾਂ। ਬਹੁਤ ਸਾਰੇ ਲੀਡਰਸ ਨੇ ਸੋਚਿਆ ਕਿ ਆਪਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਨੂੰ ਸਟਾਰਟ ਕਰੀਏ, ਬਟ ਔਨ ਦਾ ਅਦਰ ਹੈਂਡ ਗਾਂਧੀ ਜੀ ਨੇ ਡਿਸਾਈਡ ਕੀਤਾ ਕਿ ਸਿਵਲ ਡਿਸਓਬੀਡੀਐਂਸ ਮੂਵਮੈਂਟ ਨਹੀਂ ਸਟਾਰਟ ਕੀਤੀ ਜਾਏਗੀ, ਆਪਾਂ ਸਟਾਰਟ ਕਰਦੇ ਹਾਂ ਇੰਡੀਵਿਜੂਅਲ ਸੱਤਿਆਗ੍ਰਹਿ। ਸੋ 1940 ਦੇ ਵਿੱਚ ਅਗਸਤ ਆਫਰ ਦੇ ਰਿਸਪੌਂਸ ਦੇ ਵਿੱਚ ਗਾਂਧੀ ਜੀ ਵੱਲੋਂ ਸਟਾਰਟ ਕੀਤਾ ਗਿਆ ਇੰਡੀਵਿਜੂਅਲ ਸੱਤਿਆਗ੍ਰਹਿ। ਇੱਥੋਂ ਐਗਜ਼ਾਮ ਦੇ ਵਿੱਚ ਇੱਕ ਤਾਂ ਸਾਲ ਤੋਂ ਈਅਰ ਤੋਂ ਕੁਐਸਚਨ ਪੁੱਛਿਆ ਜਾਂਦਾ ਇੰਡੀਵਿਜੂਅਲ ਸੱਤਿਆਗ੍ਰਹਿ ਸਟਾਰਟ ਕਦੋਂ ਹੋਇਆ ਸੀ। ਸੈਕੰਡ ਚੀਜ਼, ਪਹਿਲਾ ਬੰਦਾ ਕੌਣ ਸੀ ਇੰਡੀਵਿਜੂਅਲ ਸੱਤਿਆਗ੍ਰਹਿ ਦੇ ਉੱਤੇ ਬੈਠਣ ਵਾਲਾ, ਉਹ ਸੀ ਵਿਨੋਬਾ ਭਾਵੇ, ਠੀਕ ਹੈ, ਦੂਸਰੇ ਜਵਾਹਰ ਲਾਲ ਨਹਿਰੂ ਸਨ। ਸੋ ਕਹਿੰਦੇ ਇੰਡੀਵਿਜੂਅਲ ਸੱਤਿਆਗ੍ਰਹਿ ਵਾਸ ਡਾਇਰੈਕਟ ਰਿਜ਼ਲਟ ਆਫ ਅਗਸਤ ਆਫਰ, ਕਹਿੰਦੇ ਇਹ ਜੋ ਇੰਡੀਵਿਜੂਅਲ ਸੱਤਿਆਗ੍ਰਹਿ ਸੀ ਇਹ ਅਗਸਤ ਆਫਰ ਦਾ ਜਵਾਬ ਸੀ। ਅਗਸਤ ਆਫਰ ਵਾਸ ਬ੍ਰੌਟ ਡਿਊਰਿੰਗ ਦਾ ਕ੍ਰਿਟੀਕਲ ਪੀਰੀਅਡ ਆਫ ਵਾਰ ਬਾਈ ਬ੍ਰਿਟਿਸ਼ 1940। ਆਪਾਂ ਦੇਖਿਆ ਕਿ ਅਗਸਤ ਆਫਰ ਆਇਆ ਕਦੋਂ ਸੀ, ਜਦੋਂ ਬ੍ਰਿਟਿਸ਼ਰਸ ਪੂਰੇ ਫਸੇ ਹੋਏ ਸਨ ਵਰਲਡ ਵਾਰ ਸੈਕਿੰਡ ਦੇ ਵਿੱਚ। ਬੋਥ ਕਾਂਗਰਸ ਐਂਡ ਮੁਸਲਿਮ ਲੀਗ ਰਿਜੈਕਟਡ ਅਗਸਤ ਆਫਰ, ਕਹਿੰਦੇ ਇੱਥੇ ਤਾਂ ਹੁਣ ਮੁਸਲਿਮ ਲੀਗ ਤੇ ਕਾਂਗਰਸ ਦੋਨਾਂ ਨੇ ਹੀ ਉਸ ਅਗਸਤ ਆਫਰ ਨੂੰ ਰਿਜੈਕਟ ਕਰਤਾ ਸੀ। ਕਾਂਗਰਸ ਵਿਸ਼ਡ ਟੂ ਲਾਂਚ ਸਿਵਲ ਡਿਸਓਬੀਡੀਐਂਸ ਮੂਵਮੈਂਟ, ਕਹਿੰਦੇ ਬਹੁਤ ਸਾਰਿਆਂ ਨੇ ਸੋਚਿਆ ਕਿ ਆਪਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਸਟਾਰਟ ਕਰਦੇ ਆ, ਬਟ ਗਾਂਧੀ ਜੀ ਨੇ ਡਿਸਾਈਡ ਕੀਤਾ ਕਿ ਸਿਵਲ ਡਿਸਓਬੀਡੀਐਂਸ ਮੂਵਮੈਂਟ ਨਹੀਂ, ਆਪਾਂ ਇੰਡੀਵਿਜੂਅਲ ਸੱਤਿਆਗ੍ਰਹਿ ਸਟਾਰਟ ਕਰਾਂਗੇ। ਤੇ ਇੰਡੀਵਿਜੂਅਲ ਸੱਤਿਆਗ੍ਰਹਿ ਦੇ ਉੱਤੇ ਬੈਠਣ ਵਾਲੇ ਪਹਿਲੇ ਇੰਡੀਅਨ ਕੌਣ ਬਣੇ, ਆਚਾਰੀਆ ਵਿਨੋਬਾ ਭਾਵੇ। एग्जाम ਦੇ ਵਿੱਚ ਪੁੱਛਿਆ ਜਾਂਦਾ ਹੈ, ਠੀਕ ਹੈ। ਆਚਾਰੀਆ ਵਿਨੋਬਾ ਭਾਵੇ started his movement, ਆਚਾਰੀਆ ਵਿਨੋਬਾ ਭਾਵੇ inaugurated the individual ਸੱਤਿਆਗ੍ਰਹਿ 17 ਅਕਤੂਬਰ 1940 ਦੇ ਵਿੱਚ ਉਹਨਾਂ ਨੇ ਸਟਾਰਟ ਕੀਤਾ। ਤੇ ਇੰਡੀਵਿਜੂਅਲ ਸੱਤਿਆਗ੍ਰਹਿ ਮੂਵਮੈਂਟ ਵਾਸ ਨਾਟ ਟੂ ਸੀਕ ਇੰਡੀਪੈਂਡੈਂਸ ਬਟ ਨਾਟ ਟੂ ਫਰਮ ਦਾ ਰਾਈਟ ਆਫ ਸਪੀਚ। ਇਸ ਤੋਂ ਇਲਾਵਾ ਸੈਕਿੰਡ ਬੰਦੇ ਕੌਣ ਸੀ, ਨਹਿਰੂ ਜੀ ਬੈਠੇ ਸਨ ਇੰਡੀਵਿਜੂਅਲ ਸੱਤਿਆਗ੍ਰਹਿ ਦੇ ਉੱਤੇ। ਸੋ ਇੰਡੀਵਿਜੂਅਲ ਸੱਤਿਆਗ੍ਰਹਿ ਤੋਂ ਬਾਅਦ ਆਉਂਦਾ ਹੈ ਜੀ ਕ੍ਰਿਪਸ ਮਿਸ਼ਨ। ਹੁਣ ਬਾਕੀ ਕੰਟਰੀਜ਼ ਬ੍ਰਿਟਿਸ਼ਰਸ ਨੂੰ ਸੂਈਆਂ ਚਬੋ ਰਹੀ ਸੀ, ਕਹਿੰਦੇ ਯਾਰ ਤੇਰੇ ਕੋਲ ਇੰਡੀਅਨਸ ਨੇ, ਤੂੰ ਇੰਡੀਅਨਸ ਨੂੰ ਲੈ ਕੇ ਆ, ਆਪਾਂ ਵਰਲਡ ਵਾਰ ਸੈਕਿੰਡ ਜਿੱਤੀਏ, ਅਦਰਵਾਈਜ਼ ਜਰਮਨੀ ਦਾ ਕੰਪੀਟ ਕਰਨਾ ਬਹੁਤ ਔਖਾ ਹੈ। ਚਲੋ ਐਟ ਦਾ ਐਂਡ ਹੁੰਦਾ ਕੀ ਹੈ, ਫਿਰ ਤੋਂ ਕੋਸ਼ਿਸ਼ ਕਰਦੇ ਨੇ ਬ੍ਰਿਟਿਸ਼ਰਸ ਇੰਡੀਅਨਸ ਨੂੰ ਕਨਵਿੰਸ ਕਰਨ ਦੀ ਕਿ ਉਹ ਉਹਨਾਂ ਨੂੰ ਵਰਲਡ ਵਾਰ ਸੈਕਿੰਡ ਦੇ ਵਿੱਚ ਕੀ ਕਰਨਾ, ਸਪੋਰਟ ਕਰਨ।
ਜਿਸ ਦੇ ਲਈ ਉਹ ਇੱਕ ਹੋਰ ਆਫਰ, ਇੱਕ ਹੋਰ ਪ੍ਰਪੋਜ਼ਲ ਲੈ ਕੇ ਆਉਂਦੇ ਨੇ ਇੰਡੀਅਨਸ ਦੇ ਲਈ, ਜਿਸ ਦਾ ਨਾਮ ਰੱਖਿਆ ਜਾਂਦਾ ਹੈ ਕ੍ਰਿਪਸ ਮਿਸ਼ਨ। ਕ੍ਰਿਪਸ ਮਿਸ਼ਨ ਆਉਂਦਾ ਹੈ ਜੀ 1942 ਦੇ ਵਿੱਚ, 2 ਸਾਲ ਬਾਅਦ 1940 ਦੇ ਵਿੱਚ ਅਗਸਤ ਆਫਰ ਆਇਆ ਸੀ। ਹੁਣ ਕ੍ਰਿਪਸ ਮਿਸ਼ਨ ਨਵਾਂ ਵਾਇਸਰॉय ਟਰਾਈ ਕਰੇਗਾ ਇੰਡੀਅਨਸ ਨੂੰ ਲਾਲਚ ਦੇਣ ਦੀ। ਕ੍ਰਿਪਸ ਮਿਸ਼ਨ ਆਉਂਦਾ ਹੈ 1942 ਦੇ ਵਿੱਚ, ਆਉਂਦਾ ਕਿਉਂ ਹੈ ਤਾਂ ਜੋ ਉਹ ਇੰਡੀਅਨਸ ਨੂੰ ਨਾਲ ਲੈ ਕੇ ਵਰਲਡ ਵਾਰ ਸੈਕੰਡ ਲੜ ਸਕਣ। ਕਹਿੰਦੇ ਦਾ ਕ੍ਰਿਪਸ ਮਿਸ਼ਨ ਵਾਸ ਫੇਲਡ ਅਟੈਂਪਟ ਇਨ ਲੇਟ ਮਾਰਚ 1942। ਕਹਿੰਦੇ ਇਹ ਵੈਸੇ ਤਾਂ ਕ੍ਰਿਪਸ ਮਿਸ਼ਨ ਵੀ ਫੇਲ ਹੋ ਗਿਆ ਸੀ by British government to secure full Indian cooperation and support for their efforts in World War II। ਕਹਿੰਦੇ ਕ੍ਰਿਪਸ ਮਿਸ਼ਨ ਫੇਲ ਹੋ ਗਿਆ ਸੀ ਬ੍ਰਿਟਿਸ਼ਰਸ ਨੂੰ, ਜੋ ਬ੍ਰਿਟਿਸ਼ਰਸ ਕ੍ਰਿਪਸ ਮਿਸ਼ਨ ਕਿਉਂ ਲੈ ਕੇ ਆਏ ਸੀ ਤਾਂ ਜੋ ਇੰਡੀਅਨਸ ਦੀ ਸਪੋਰਟ ਲੈ ਸਕਣ, ਬਟ ਇਹ ਵੀ ਮਿਸ਼ਨ ਉਹਨਾਂ ਦਾ ਫੇਲ ਹੋ ਗਿਆ ਸੀ। The mission was headed by senior minister Sir Stafford Cripps। ਇਹ ਜੋ ਕ੍ਰਿਪਸ ਸੀ ਇਹ ਨਾਮ ਕਿਸ ਦੇ ਉੱਤੇ ਰੱਖਿਆ ਗਿਆ ਸੀ? ਸਰ ਸਟੈਫੋਰਡ ਕ੍ਰਿਪਸ ਦੇ ਨਾਮ ਦੇ ਉੱਤੇ ਕ੍ਰਿਪਸ ਮਿਸ਼ਨ ਦਾ ਨਾਮ ਰੱਖਿਆ ਗਿਆ ਸੀ। ਹੁਣ ਇਹਨਾਂ ਨੇ ਜੋ ਕ੍ਰਿਪਸ ਮਿਸ਼ਨ ਲੈ ਕੇ ਆਏ ਸੀ ਉਹਦੇ ਵਿੱਚ ਕੀ ਰਿਕਮੈਂਡੇਸ਼ਨ ਦੇਣੀਆਂ ਸੀ ਕਿ ਅਸੀਂ ਕੀ ਦਵਾਂਗੇ ਇੰਡੀਅਨਸ ਨੂੰ। ਕਹਿੰਦੇ ਇੰਡੀਅਨ ਯੂਨੀਅਨ ਵਿਦ ਡੋਮੇਨੀਅਨ ਸਟੇਟਸ। ਕਹਿੰਦੇ ਅਸੀਂ ਇੱਕ ਇੰਡੀਆ ਨੂੰ ਇੱਕ ਯੂਨੀਅਨ ਕੰਟਰੀ ਬਣਾ ਕੇ ਉਹਨੂੰ ਕੀ ਦਵਾਂਗੇ? ਡੋਮੇਨੀਅਨ ਸਟੇਟਸ ਦਵਾਂਗੇ। Constituent Assembly would be established to frame the Constitution। ਕਹਿੰਦੇ ਤੁਹਾਡੇ ਲਈ, ਤੁਹਾਡਾ ਸੰਵਿਧਾਨ ਲਿਖਣ ਦੇ ਲਈ ਇੱਕ Constituent Assembly ਬਣਾ ਕੇ ਦਵਾਂਗੇ ਤੁਹਾਨੂੰ। Provinces were free to either join Indian Union or for their own union। ਕਹਿੰਦੇ ਤੇ ਤੁਹਾਡੀਆਂ ਜਿਹੜੀਆਂ ਸਟੇਟਸ ਹੋਣਗੀਆਂ ਉਹ ਬਿਲਕੁਲ ਫ੍ਰੀ ਹੋਣਗੀਆਂ, ਜੇ ਤਾਂ ਉਹ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੀਆਂ ਨੇ ਤਾਂ ਵੀ ਠੀਕ ਨੇ, ਜੋ ਆਪਣਾ ਅਲੱਗ ਤੋਂ ਦੇਸ਼ ਬਣਾਉਣਾ ਚਾਹੁੰਦੀਆਂ ਨੇ ਤਾਂ ਵੀ ਠੀਕ ਹੈ। Indian Union was free to either maintain or ratify their relation with Commonwealth। ਕਹਿੰਦੇ ਜੇ ਇੰਡੀਆ ਕਾਮਨਵੈਲਥ ਦੇ ਨਾਲ ਰਿਲੇਸ਼ਨ ਰੱਖਣਾ ਚਾਹੁੰਦੀ ਹੈ ਤਾਂ ਵੀ ਠੀਕ ਹੈ, ਜੇ ਨਹੀਂ ਰੱਖਣਾ ਚਾਹੇਗੀ ਤਾਂ ਵੀ ਠੀਕ ਹੈ। ਕਹਿੰਦੇ ਇਹ ਚੀਜ਼ਾਂ ਦਵਾਂਗੇ ਤੁਹਾਨੂੰ ਸਾਰੀਆਂ। The major political parties of country rejected the Cripps proposal। ਕਹਿੰਦੇ ਜਿੰਨੀਆਂ ਮੇਜਰ ਪਾਰਟੀ ਸੀ ਇੰਡੀਆ ਦੇ ਵਿੱਚ, ਜਿਵੇਂ ਇੰਡੀਅਨ ਨੈਸ਼ਨਲ ਕਾਂਗਰਸ ਹੋ ਗਈ, ਮੁਸਲਿਮ ਲੀਗ ਹੋ ਗਈ, ਇਹਨਾਂ ਸਭ ਨੇ ਕ੍ਰਿਪਸ ਮਿਸ਼ਨ ਨੂੰ ਵੀ ਕੀ ਕਰਤਾ ਸੀ? ਰਿਜੈਕਟ ਕਰਤਾ ਸੀ। ਇੱਥੇ ਇੱਕ ਇੰਪੋਰਟੈਂਟ ਚੀਜ਼, ਗਾਂਧੀ ਜੀ ਨੇ ਇਸ ਨੂੰ ਪੋਸਟ ਡੇਟਡ ਚੈੱਕ ਗਿਆ ਸੀ, ਸਮਾਂ ਲੰਘਣ ਤੋਂ ਬਾਅਦ ਚੀਜ਼ ਆਉਣੀ, ਠੀਕ ਹੈ। ਗਾਂਧੀ ਜੀ ਨੇ ਇਸ ਨੂੰ ਕੀ ਕਿਹਾ ਸੀ? ਪੋਸਟ ਡੇਟਡ ਚੈੱਕ ਕਿਹਾ ਸੀ। ਸੋ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਕ੍ਰਿਪਸ ਮਿਸ਼ਨ ਨੂੰ ਪੋਸਟ ਡੇਟਡ ਚੈੱਕ ਕਿਸ ਨੇ ਕਿਹਾ ਸੀ, ਤਾਂ ਆਨਸਰ ਹੋਏਗਾ ਗਾਂਧੀ ਜੀ ਨੇ। ਸੋ ਗਾਂਧੀ ਜੀ ਨੇ ਉਸ ਨੂੰ ਤਾਂ ਪੋਸਟ ਡੇਟਡ ਚੈੱਕ ਕਹਿਤਾ ਸੀ ਕ੍ਰਿਪਸ ਮਿਸ਼ਨ ਨੂੰ, ਉਸ ਤੋਂ ਬਾਅਦ ਉਹਨਾਂ ਨੇ ਸਟਾਰਟ ਕੀਤਾ ਕੁਇਟ ਇੰਡੀਆ ਮੂਵਮੈਂਟ। ਸੋ ਇਹ ਕੁਇਟ ਇੰਡੀਆ ਮੂਵਮੈਂਟ ਇੰਡੀਆ ਦੀ ਆਜ਼ਾਦੀ ਦੇ ਲਈ ਗਾਂਧੀ ਜੀ ਵੱਲੋਂ ਚੱਕਿਆ ਗਿਆ ਲਾਸਟ ਤੇ ਸਭ ਤੋਂ ਕ੍ਰੂਸ਼ੀਅਲ ਕੀ ਸੀ? ਸਟੈਪ ਸੀ। ਕੀ ਸੀ? ਭਾਰਤ ਛੱਡੋ ਅੰਦੋਲਨ। ਜਦੋਂ ਕ੍ਰਿਪਸ ਮਿਸ਼ਨ ਦਾ ਆਇਆ ਤਾਂ ਗਾਂਧੀ ਜੀ ਨੂੰ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੇ ਸਾਨੂੰ ਦੇਣਾ ਕੁਝ ਨਹੀਂ ਹੈ, ਬਸ ਲਾਲਚ ਦੇਣੇ ਨੇ। ਗਾਂਧੀ ਜੀ ਨੂੰ ਇਹ ਵੀ ਪਤਾ ਲੱਗਿਆ ਇਹ ਹੁਣ ਬ੍ਰਿਟਿਸ਼ਰਸ ਤਾਂ ਹਾਰੇ ਪਏ ਨੇ, ਠੀਕ ਹੈ, ਇਹਨਾਂ ਦੀ ਮੱਤ ਤਾਂ ਵਰਲਡ ਵਾਰ ਸੈਕੰਡ ਦੇ ਵਿੱਚ ਵੱਜੀ ਪਈ ਹੈ। ਸੋ ਸਾਨੂੰ ਇੱਕ ਐਵੇਂ ਦਾ ਇਨੀਸ਼ੀਏਟ ਲੈਣਾ ਚਾਹੀਦਾ ਤਾਂ ਜੋ ਅਸੀਂ ਇਹਨਾਂ ਨੂੰ ਇੰਡੀਆ ਚੋਂ ਬਾਹਰ ਹੀ ਕੱਢੀਏ, ਜਿਸ ਲਈ ਗਾਂਧੀ ਜੀ ਨੇ ਸਟਾਰਟ ਕੀਤਾ ਕੁਇਟ ਇੰਡੀਆ ਮੂਵਮੈਂਟ। ਸੋ ਕੁਇਟ ਇੰਡੀਆ ਮੂਵਮੈਂਟ ਗਾਂਧੀ ਜੀ ਵੱਲੋਂ ਸਟਾਰਟ ਕੀਤੀ ਗਈ 8 ਅਗਸਤ 1942 ਦੇ ਵਿੱਚ। ਇਹ ਹੁਣ ਜੋ ਮੂਵਮੈਂਟ ਹੈ ਇਸ ਨੂੰ ਡਿਸਾਈਡ ਕੀਤਾ ਗਿਆ ਸੀ ਜਦੋਂ, ਹੁਣ ਇਹ ਨਹੀਂ ਪਤਾ ਕਿ 8 ਅਗਸਤ ਦੀ ਰਾਤ ਨੂੰ ਜਾਂ 9 ਅਗਸਤ ਦੀ ਮਾਰਨਿੰਗ ਨੂੰ ਇਹ ਅਨਾਉਂਸ ਕੀਤੀ ਗਈ ਸੀ। ਇਸ ਦੇ ਵਿੱਚ ਗਾਂਧੀ ਜੀ ਨੇ ਇਹ ਮੂਵਮੈਂਟ ਸਟਾਰਟ ਕਰਕੇ ਕਿਹਾ ਕਰੋ ਜਾਂ ਮਰੋ, ਡੂ ਔਰ ਡਾਈ ਦਾ ਨਾਰਾ ਦਿੱਤਾ ਗਿਆ ਗਾਂਧੀ ਜੀ ਵੱਲੋਂ ਕਿਸ ਮੂਵਮੈਂਟ ਦੇ ਵਿੱਚ? ਕੁਇਟ ਇੰਡੀਆ ਮੂਵਮੈਂਟ ਦੇ ਵਿੱਚ। ਸੋ ਇਸ ਮੂਵਮੈਂਟ ਨੂੰ ਕੁਇਟ ਇੰਡੀਆ ਮੂਵਮੈਂਟ 3 ਅਗਸਤ ਦੇ ਵਿੱਚ ਦਿੱਤਾ ਗਿਆ। ਇਸ ਨੂੰ ਅਗਸਤ ਕ੍ਰਾਂਤੀ ਵੀ ਕਿਹਾ ਜਾਂਦਾ ਹੈ। ਐਕਚੁਅਲ ਦੇ ਵਿੱਚ ਜਦੋਂ ਗਾਂਧੀ ਜੀ ਨੇ ਇਸ ਮੂਵਮੈਂਟ ਨੂੰ ਅਨਾਉਂਸ ਕੀਤਾ, ਜਦੋਂ ਇਹ ਗੱਲ ਬ੍ਰਿਟਿਸ਼ ਸਰਕਾਰ ਦੇ ਕੰਨਾਂ ਵਿੱਚ ਪਈ ਤਾਂ ਉਸੇ ਰਾਤ ਨੂੰ ਸਾਰੇ ਦੇ ਸਾਰੇ ਲੀਡਰਸ ਨੂੰ ਅਰੈਸਟ ਕਰ ਲਿਆ ਗਿਆ। ਸੋ ਇੱਕ ਤਰੀਕੇ ਦੀ ਇਹ ਮੂਵਮੈਂਟ ਕੀ ਹੋ ਚੁੱਕੀ ਸੀ? ਲੀਡਰਲੈਸ ਮੂਵਮੈਂਟ ਹੋ ਚੁੱਕੀ ਸੀ। ਬੇਸ਼ੱਕ ਸਾਰੇ ਦੇ ਸਾਰੇ ਲੀਡਰਸ ਨੂੰ, ਗਾਂਧੀ ਜੀ ਨੂੰ ਵੀ ਅਰੈਸਟ ਕਰ ਲਿਆ ਗਿਆ, ਬਟ ਉਦੋਂ ਤੱਕ ਇਸ ਮੂਵਮੈਂਟ ਦਾ ਜੋ ਨਾਰਾ ਸੀ ਪੂਰੇ ਇੰਡੀਆ ਦੇ ਵਿੱਚ ਫੈਲ ਚੁੱਕਿਆ ਸੀ ਤੇ 1 ਅਗਸਤ ਕ੍ਰਾਂਤੀ ਦੀ ਵਾਂਗ ਇਹ ਮੂਵਮੈਂਟ ਕੀ ਸੀ? ਪੂਰੇ ਦੇਸ਼ ਦੇ ਵਿੱਚ ਫੈਲ ਚੁੱਕੀ ਸੀ, ਭੜਕ ਚੁੱਕੀ ਸੀ, ਠੀਕ ਹੈ ਜੀ। ਸੋ ਇੱਕ ਲੀਡਰਲੈਸ ਮੂਵਮੈਂਟ ਹੈ। ਇਸ ਦੇ ਵਿੱਚ ਗਾਂਧੀ ਜੀ ਨੇ ਕੀ ਕੀਤਾ ਸੀ? ਕਰੋ ਜਾਂ ਮਰੋ ਦਾ ਨਾਰਾ ਵੀ ਦਿੱਤਾ ਸੀ। ਕਹਿੰਦੇ the immediate cause of the movement was to collapse of Cripps mission।
8th August 1942, Mahatma Gandhi gave a clarion call to end the British rule and launch the Quit India movement. ਗਾਂਧੀ ਜੀ ਨੇ ਕਿਹਾ ਹੁਣ ਭਾਰਤ ਛੱਡ ਕੇ ਜਾਓ, ਸਾਨੂੰ ਹੁਣ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ, ਸਾਡਾ ਇੰਡੀਆ ਸਾਡਾ ਹੀ ਰਹੇਗਾ ਹੁਣ. At the session of All India Congress Committee in Mumbai, ਗਾਂਧੀ ਜੀ gave the call do or die. ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਨਾਰਾ ਲਗਾਇਆ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ. In his speech delivered at the Gwalior tank मैदान, now popularly known as ਅਗਸਤ ਕ੍ਰਾਂਤੀ ਮੈਦਾਨ, ਕਹਿੰਦੇ ਜਿਹੜੇ ਮੈਦਾਨ ਦੇ ਵਿੱਚ ਉਹਨਾਂ ਨੇ ਇਹ ਨਾਰਾ ਦਿੱਤਾ ਸੀ ਉਸ ਨੂੰ ਅੱਜ ਕੱਲ ਅਗਸਤ ਕ੍ਰਾਂਤੀ ਦੇ ਨਾਮ ਦੇ ਨਾਲ ਉਹ ਫੇਮਸ ਹੈ. ਸੋ ਇਹ ਜਿਹੜਾ ਜਿਹੜੀ ਅਨਾਉਂਸਮੈਂਟ ਕੀਤੀ ਗਈ ਸੀ 8 ਜਾਂ 9 ਅਗਸਤ 8 ਦੀ ਰਾਤ ਜਾਂ 9 ਅਗਸਤ ਦੀ ਸਵੇਰ ਨੂੰ ਕੀਤੀ ਗਈ ਸੀ. The government arrested all prominent leaders of Congress leaving the national movement. ਕਹਿੰਦੇ ਤਾਂ ਜਦੋਂ ਲੀਡਰ ਬ੍ਰਿਟਿਸ਼ ਸਰਕਾਰ ਨੂੰ ਪਤਾ ਲੱਗਿਆ ਤਾਂ ਉਹਨੇ ਸਾਰੇ ਦੇ ਸਾਰੇ ਲੀਡਰਸ ਨੂੰ ਚੱਕ ਕੇ ਜੇਲ੍ਹ 'ਚ ਵਾੜਤਾ. ਤਾਂ ਇਹ ਜਿਹੜੀ ਮੂਵਮੈਂਟ ਸੀ ਬਿਲਕੁਲ ਲੀਡਰਲੈਸ ਹੋ ਚੁੱਕੀ ਸੀ. ਲੀਡਰਲੈਸ ਹੋ ਚੁੱਕੀ ਸੀ ਤਾਂ ਇਸ ਮੂਵਮੈਂਟ ਨੂੰ ਲੀਡ ਕੀਤਾ ਸੀ ਵਿਮਨਸ ਨੇ, ਸੁਚੇਤਾ ਕਿਰਪਲਾਨੀ, ਊਸ਼ਾ, ਠੀਕ ਹੈ ਜੀ. ਸੋ ਇਹ ਇੱਕ ਅਰੁਣਾ ਅਸਫ ਅਲੀ, ਇਹ 3 ਵਿਮਨਸ ਨੇ ਅੱਗੇ ਹੋ ਕੇ ਲੀਡ ਕੀਤਾ ਸੀ ਇਸ ਮੂਵਮੈਂਟ ਨੂੰ. ਸੋ ਕਹਿੰਦੇ at this time underground leadership was provided by Ram Manohar Lohia, JP Narayan, SM Joshi. ਕਹਿੰਦੇ ਕਿਉਂਕਿ ਸਾਰੇ ਲੀਡਰਸ ਨੂੰ ਅਰੈਸਟ ਕਰ ਲਿਆ ਸੀ, ਹੁਣ ਕੁਝ ਕੁ ਲੀਡਰ ਜਿਹੜੇ ਅੰਡਰਗਰਾਉਂਡ ਹੋਏ ਬੈਠੇ ਸੀ ਉਹਨਾਂ ਨੇ ਲੀਡ ਕੀਤਾ ਇਸ ਮੂਵਮੈਂਟ ਨੂੰ, ਜਿਵੇਂ ਰਾਮ ਮਨੋਹਰ ਲੋਹੀਆ ਹੋ ਗਿਆ, JP ਨਰਾਇਣ ਹੋ ਗਏ, SM ਜੋਸ਼ੀ ਨੇ. Also, since the fault line, male leaders were all arrested. Women also played a leadership role in this movement. ਕਿਉਂਕਿ ਕਹਿੰਦੇ ਸਾਰੇ ਦੇ ਸਾਰੇ ਮੇਲ ਲੀਡਰਸ ਨੂੰ ਅਰੈਸਟ ਕਰ ਲਿਆ ਗਿਆ ਸੀ, ਸੋ ਲੀਡਿੰਗ ਦਾ ਜਿਹੜਾ ਰੋਲ ਸੀ ਉਹ ਵਿਮਨਸ ਵੱਲੋਂ ਨਿਭਾਇਆ ਗਿਆ ਸੀ. ਜਿਵੇਂ 3 ਇੰਪੋਰਟੈਂਟ ਨੇ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ, ਜਿਵੇਂ ਸੁਚੇਤਾ ਕਿਰਪਲਾਨੀ, ਇਹ JP ਕਿਰਪਲਾਨੀ ਜੀ ਦੀ ਵਾਈਫ ਸਨ ਸੁਚੇਤਾ ਕਿਰਪਲਾਨੀ. ਸੁਚੇਤਾ ਕਿਰਪਲਾਨੀ ਨੇ ਗਾਂਧੀ ਜੀ ਦੇ ਫਾਲੋਅਰਸ ਨੂੰ ਲੀਡ ਕੀਤਾ ਸੀ, ਜੋ ਕਹਿੰਦੇ ਸਨ ਵਾਇਲੈਂਸ ਨਹੀਂ ਕਰਨੀ, ਉਹ ਲੋਕਾਂ ਨੂੰ ਲੀਡ ਕੀਤਾ ਗਿਆ ਸੀ ਸੁਚੇਤਾ ਕਿਰਪਲਾਨੀ ਦੇ ਵੱਲੋਂ. ਅਰੁਣਾ ਅਸਫ ਅਲੀ, ਮੋਬਲਿਸਟ ਕਾਂਗਰਸ ਸੋਸ਼ਲਿਸਟ ਵਲੰਟੀਅਰਸ ਥਰੂ ਆਊਟ ਇੰਡੀਆ ਫॉर ਐਕਟਿਵਿਸਟ, ਜਿਹੜੇ ਕਾਂਗਰਸ ਦੇ ਵਿੱਚ ਸੋਸ਼ਲਿਸਟ ਬੈਠੇ ਸਨ ਉਹਨਾਂ ਨੂੰ ਲੀਡ ਕੀਤਾ ਸੀ ਅਰੁਣਾ ਅਸਫ ਅਲੀ ਨੇ. ਤੇ ਜਿਹੜੀ ਊਸ਼ਾ ਮਹਿਤਾ ਸੀ ਇਸਨੇ ਅੰਡਰਗਰਾਉਂਡ ਰੇਡੀਓ ਦਾ ਪ੍ਰੋਸੈਸ ਸੰਭਾਲ ਰੱਖਿਆ ਸੀ, ਠੀਕ ਹੈ. ਊਸ਼ਾ ਮਹਿਤਾ ਆਰਗੇਨਾਈਜ਼ਡ ਐਨ ਅੰਡਰਗਰਾਉਂਡ ਕਾਂਗਰਸ ਰੇਡੀਓ ਫॉर ਪ੍ਰੋਪਾਗੈਂਡਾ ਐਕਟੀਵਿਟੀ. ਸੋ ਇੱਕ ਤਰੀਕੇ ਦੀ ਜੋ ਕੁਇਟ ਇੰਡੀਆ ਮੂਵਮੈਂਟ ਸੀ, ਜੋ ਮਹਾਤਮਾ ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਚਲਾਇਆ ਸੀ, ਉਹ ਪੂਰੇ ਦੇਸ਼ ਭਰ ਦੇ ਵਿੱਚ ਕੀ ਹੈ ਇੱਕ ਅਗਸਤ ਕ੍ਰਾਂਤੀ ਦੀ ਲਹਿਰ ਵਾਂਗ ਫੈਲ ਚੁੱਕਿਆ ਸੀ. ਮੁਸਲਿਮ ਲੀਗ, ਦਾ ਕਮਿਊਨਿਸਟ ਪਾਰਟੀ ਆਫ ਇੰਡੀਆ ਐਂਡ the ਹਿੰਦੂ ਮਹਾਸਭਾ did not support the movement. ਕਹਿੰਦੇ ਕੁਝ ਕੁ ਪਾਰਟੀਆਂ ਨੇ ਇਸ ਮੂਵਮੈਂਟ ਨੂੰ ਸਪੋਰਟ ਵੀ ਨਹੀਂ ਸੀ ਕੀਤਾ. ਤੇ ਇਹ ਟਾਈਮ ਪੀਰੀਅਡ ਸੀ 1942 ਦਾ, ਤੇ 1944 ਤੱਕ ਇਹ ਮੂਵਮੈਂਟ ਚੱਲਦੀ ਆ ਚੁੱਕੀ ਸੀ. ਤੇ 1944 ਦੇ ਵਿੱਚ ਜਦੋਂ ਗਾਂਧੀ ਜੀ ਰਿਹਾ ਹੋ ਕੇ ਜੇਲ੍ਹ ਦੇ ਵਿੱਚੋਂ ਵਾਪਸ ਆਏ ਤਾਂ ਉਦੋਂ ਤੱਕ ਇਹ ਜਿਹੜੀ ਮੂਵਮੈਂਟ ਸੀ ਇਹ ਠੰਡੀ ਪੈਣੀ ਸਟਾਰਟ ਹੋ ਚੁੱਕੀ ਸੀ. ਕੁਇਟ ਇੰਡੀਆ ਮੂਵਮੈਂਟ ਵਾਸ ਅ ਫਾਈਨਲ ਅਟੈਂਪਟ ਫॉर ਕੰਟਰੀਜ਼ ਫ੍ਰੀडम. ਕਹਿੰਦੇ ਇੰਡੀਆ ਨੂੰ ਆਜ਼ਾਦ ਕਰਾਉਣ ਦੇ ਲਈ ਲਾਸਟ ਜਿਹੜਾ ਇੱਕ ਮੇਨ ਸਟੈਪ ਚੱਕਿਆ ਗਿਆ ਸੀ ਉਹ ਕੁਇਟ ਇੰਡੀਆ ਮੂਵਮੈਂਟ ਸੀ. This movement paved the way for Indian freedom. After quit India, there could be not turning back. ਕਹਿੰਦੇ ਜਦੋਂ ਕੁਇਟ ਇੰਡੀਆ ਮੂਵਮੈਂਟ ਨੂੰ ਅਨਾਉਂਸ ਕੀਤਾ ਸੀ ਉਸ ਤੋਂ ਬਾਅਦ ਇੰਡੀਅਨਸ ਨੇ ਮੁੜ ਕੇ ਨਹੀਂ ਦੇਖਿਆ, ਜਸਟ ਉਹ ਆਜ਼ਾਦੀ ਦੀ ਲਹਿਰ ਦੇ ਵਿੱਚ ਅੱਗੇ ਹੀ ਚੱਲੇ ਗਏ. Any future negotiations with the British government could only be the manner of transfer of power. ਕਹਿੰਦੇ ਹੁਣ ਜੇ ਅੱਗੇ ਫਰਦਰ ਇਨ ਫਿਊਚਰ ਕੋਈ ਨੈਗੋਸ਼ੀਏਸ਼ਨ ਹੋਣੀ ਵੀ ਸੀ, ਸਹਿਮਤੀਆਂ ਹੋਣੀਆਂ ਵੀ ਸੀ ਬ੍ਰਿਟਿਸ਼ ਤੇ ਇੰਡੀਅਨਸ ਦੇ ਵਿੱਚ, ਜਸਟ ਇਸੇ ਚੀਜ਼ ਤੇ ਹੋਣੀ ਸੀ ਗੱਲਬਾਤ ਕਿ ਹੁਣ ਇੰਡੀਅਨਸ ਨੂੰ ਉਹਨਾਂ ਦੀ ਪਾਵਰ ਵਾਪਿਸ ਕੀਤੀ ਜਾਵੇ. ਹੁਣ ਕੋਈ ਡੋਮੇਨੀਅਨ ਸਟੇਟਸ ਨਹੀਂ, ਕੁਝ ਨਹੀਂ, ਹੁਣ ਪੂਰੇ ਦਾ ਪੂਰਾ ਇੰਡੀਅਨਸ ਨੂੰ ਵਾਪਿਸ ਕੀਤਾ ਜਾਵੇ. ਸੋ ਕੁਝ ਪੁਆਇੰਟ ਤੱਕ ਆਪਾਂ ਐਂਡ ਤੱਕ ਪਹੁੰਚ ਚੁੱਕੇ ਹਾਂ, ਠੀਕ ਹੈ. ਸੋ ਹੁਣ 1946 ਦਾ ਟਾਈਮ ਆਉਣਾ ਹੈ ਜਦੋਂ ਲੇਬਰ ਪਾਰਟੀ ਬਣ ਜਾਣੀ ਹੈ ਬ੍ਰਿਟਿਸ਼ ਦੇ ਵਿੱਚ. ਕਲਾਈਮੇਟ ਐਟਲੀ ਨੇ ਇੰਡੀਆ ਦੇ ਵਿੱਚ ਮਾਊਂਟ ਬੈਟਨ ਪਲਾਨ ਭੇਜਣਾ ਹੈ ਜਿਸ ਨੂੰ ਇੰਡੀਅਨ ਇੰਡੀਪੈਂਡੈਂਸ ਐਕਟ ਕਹਿੰਦਾ ਹੈ, ਤੇ ਇੰਡੀਆ ਨੂੰ ਕੀ ਮਿਲ ਜਾਣੀ ਹੈ, ਆਜ਼ਾਦੀ ਮਿਲ ਜਾਣੀ ਹੈ. ਸੋ ਹੋਪਫੁਲੀ ਤੁਹਾਨੂੰ ਮਾਡਰਨ ਹਿਸਟਰੀ ਪੜ੍ਹਨ ਦੇ ਵਿੱਚ ਤੇ ਸਮਝਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੋਏਗੀ. ਅਗਰ ਪਸੰਦ ਆ ਰਹੇ ਨੇ ਲੈਕਚਰ ਤਾਂ ਸ਼ੇਅਰ ਜ਼ਰੂਰ ਕਰਨਾ. ਥੈਂਕ ਯੂ ਸੋ ਮਚ, ਮਿਲਦੇ ਹਾਂ ਲਾਸਟ ਲੈਕਚਰ ਦੇ ਵਿੱਚ.